ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਅਸੀਂ ਵਿਚਾਰ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਅੰਗ 462 ਤੋਂ ਦਰਜ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਪਵਿੱਤਰ ਬਾਣੀ ਦਾ। ਉਹ ਹੈ ਆਸਾ ਦੀ ਵਾਰ। ਗੁਰੂ ਕਾ ਸਿੱਖ ਇਸ ਬਾਣੀ ਦਾ ਗਾਇਨ ਆਪਣੇ ਨਿਤਨੇਮ ਦੇ ਰੂਪ ਵਿੱਚ ਰੋਜ਼ ਕਰਦਾ ਹੈ। ਸੰਗਤ ਜੀ, ਇਹ ਪਵਿੱਤਰ ਅਤੇ ਮਹਾਨ ਬਾਣੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ 44 ਸ਼ਲੋਕ ਅਤੇ 24 ਪੌੜੀਆਂ ਹਨ। 15 ਸ਼ਲੋਕ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਲਿਖੇ ਹੋਏ ਇਸ ਬਾਣੀ ਦੇ ਵਿੱਚ ਹਨ ਅਤੇ ਗੁਰੂ ਅਰਜਨ ਦੇਵ ਜੀ ਨੇ ਟੋਟਲ 59 ਸ਼ਲੋਕ ਅਤੇ 24 ਪੌੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਨ ਵੇਲੇ ਇਹਨਾਂ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤਾ। ਸੰਗਤ ਜੀ, ਇਸ ਬਾਣੀ ਨੂੰ ਲਿਖਣ ਦਾ ਕਾਰਨ ਅੰਧ ਵਿਸ਼ਵਾਸਾਂ, ਝੂਠੇ ਕਰਮਕਾਂਡਾਂ ਅਤੇ ਪਖੰਡਾਂ ਤੋਂ ਮੁਕਤੀ ਪਾਉਣਾ ਸੀ, ਤਾਂ ਕਿ ਮਨੁੱਖ ਇਹਨਾਂ ਦੇ ਚੰਗੁਲ ਤੋਂ ਛੁੱਟ ਸਕੇ ਅਤੇ ਅਧਿਆਤਮਿਕ ਗਿਆਨ ਨੂੰ ਹਾਸਿਲ ਕਰ ਸਕੇ। ਸੰਗਤ ਜੀ, ਜਦੋਂ ਕਿਸੇ ਪ੍ਰਸੰਗ ਦਾ ਕਵਿਤਾ ਦੇ ਰੂਪ ਵਿੱਚ ਗਾਇਨ ਕੀਤਾ ਜਾਂਦਾ ਹੈ, ਉਸ ਨੂੰ ਵਾਰ ਕਹਿੰਦੇ ਹਨ। ਆਸਾ ਦੀ ਵਾਰ ਦਾ ਆਖਰੀ ਅਰਥ ਹੈ ਉਮੀਦਾਂ ਅਤੇ ਆਸ਼ਾਵਾਂ ਦੀ ਸੀੜੀ। ਕਹਿੰਦੇ ਹਨ, ਜੋ ਮਨੁੱਖ ਇਸ ਬਾਣੀ ਦਾ ਸਿਮਰਨ ਕਰਦਾ ਹੈ, ਉਸ ਦੇ ਸਾਰੇ ਸਰੀਰਕ ਅਤੇ ਮਾਨਸਿਕ ਦੁੱਖ ਦੂਰ ਹੋ ਜਾਂਦੇ ਹਨ ਅਤੇ ਮਨੁੱਖ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਅਧਿਆਤਮਿਕ ਹੋ ਜਾਂਦਾ ਹੈ ਅਤੇ ਨਾਲ ਹੀ ਮਨੁੱਖ ਦਾਨਿਆਂ ਵਿੱਚੋਂ ਦਾਨਾ, ਬੀਨਿਆਂ ਵਿੱਚੋਂ ਬੀਨਾ ਅਤੇ ਗਿਆਨੀਆਂ ਵਿੱਚੋਂ ਗਿਆਨੀ ਅਤੇ ਦਾਰਸ਼ਨਿਕਾਂ ਵਿੱਚੋਂ ਦਾਰਸ਼ਨਿਕ ਬਣ ਜਾਂਦਾ ਹੈ। ਸੰਗਤ ਜੀ, ਇਹ ਬਾਣੀ ਮਨੁੱਖ ਦੀਆਂ ਹਰ ਆਸਾਂ ਪੂਰੀਆਂ ਕਰਨ ਵਾਲੀ ਬਾਣੀ ਹੈ। ਇਹ ਬਾਣੀ ਜੋ ਹੈ ਗੁਰੂ ਕੇ ਸਿੱਖ ਲਈ ਕਿੰਨੀ ਜ਼ਰੂਰੀ ਹੈ, ਇਸ ਦਾ ਇੱਕ ਐਗਜ਼ਾਮਪਲ ਸਾਡੇ ਇਤਿਹਾਸ ਵਿੱਚ ਵੀ ਦਰਜ ਹੈ। ਜਦੋਂ ਸਿੱਖਾਂ ਦੀ ਜਿੱਦ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਜੀ ਦੇ ਕਿਲ੍ਹੇ ਨੂੰ ਛੱਡਣ ਦਾ ਫੈਸਲਾ ਕੀਤਾ ਸੀ, ਤਾਂ ਸਵੇਰ ਦਾ ਵੇਲਾ ਸੀ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕਿ ਭੁੱਖ ਲੱਗੀ ਹੈ। ਜਦੋਂ ਸਿੱਖਾਂ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ, ਪੇਟ ਦੀ ਭੁੱਖ ਨਹੀਂ, ਅਧਿਆਤਮਿਕ ਭੁੱਖ ਲੱਗੀ ਹੈ। ਆਸਾ ਜੀ ਦੀ ਵਾਰ ਦੇ ਦੀਵਾਨ ਜਿਹੜੇ ਨੇ ਉਹ ਸਜਾਏ ਜਾਣ। ਸੰਗਤ ਜੀ, ਸੋ ਪਹਿਲਾਂ ਆਸਾ ਜੀ ਦੇ ਵਾਰ ਦਾ ਦੀਵਾਨਾਂ ਦੀ ਆਰੰਭਤਾ ਕੀਤੀ ਗਈ। ਉਸ ਦੇ ਕੀਰਤਨ ਦਾ ਗਾਇਨ ਸ਼ੁਰੂ ਹੋਇਆ। ਇਸ ਦੌਰਾਨ ਪਹਿਰਾ ਦੇ ਰਹੇ ਕਈ ਸਿੰਘ ਵੀ ਉਸ ਵਕਤ ਸ਼ਹੀਦ ਹੋ ਗਏ, ਪਰ ਕੀਰਤਨ ਚੱਲਦਾ ਰਿਹਾ ਅਤੇ ਕੀਰਤਨ ਦੇ ਭੋਗ ਪਾ ਕੇ ਹੀ ਕਿਲ੍ਹੇ ਨੂੰ ਛੱਡਿਆ ਗਿਆ। ਸੰਗਤ ਜੀ, ਅਕਾਲ ਪੁਰਖ ਦੀ ਵਡਿਆਈ ਤੋਂ ਬਾਅਦ ਇਹ ਬਾਣੀ ਸ਼ੁਰੂ ਹੁੰਦੀ ਹੈ। ਆਸਾ ਮਹੱਲਾ ਪਹਿਲਾ, ਵਾਰ ਸ਼ਲੋਕਾਂ ਨਾਲ। ਸ਼ਲੋਕ 20 ਪਹਿਲੇ ਮਹੱਲੇ ਦੇ ਲਿਖੇ। ਟੁੰਡੇ ਅਸਰਾਜੇ ਦੀ ਧੁਨੀ। ਭਾਵ, ਰਾਗ ਆਸਾ ਵਿੱਚ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ। ਵਾਰ ਅਤੇ ਸ਼ਲੋਕ ਵੀ ਗੁਰੂ ਨਾਨਕ ਦੇਵ ਜੀ ਦੇ ਹਨ। ਟੁੰਡੇ ਅਸਰਾਜੇ ਦੇ ਸੁਰ ਵਿੱਚ, ਉਸ ਦੀ ਧੁਨੀ ਵਿੱਚ ਇਸ ਨੂੰ ਗਾਣਾ ਹੈ।
ਸੰਗਤ ਜੀ, ਹੁਣ ਇੱਥੇ ਟੁੰਡੇ ਅਸਰਾਜੇ ਦੀ ਧੁਨੀ ਦਾ ਕੀ ਮਤਲਬ ਹੈ, ਅਸੀਂ ਇਸ ਬਾਰੇ ਅੱਜ ਵਿਚਾਰ ਵੀ ਥੋੜ੍ਹਾ ਕਰਨੇ ਹਾਂ। A very interesting story behind ਟੁੰਡੇ ਅਸਰਾਜੇ ਜੀ ਦੀ ਧੁਨੀ ਜਿਹੜੀ ਸੀ, ਉਹਦੇ ਬਾਰੇ ਬਹੁਤ ਇੰਟਰਸਟਿੰਗ ਸਟੋਰੀ ਹੈ। ਮਾਫੀ ਚਾਹਾਂਗਾ ਕਿ ਅੱਜ ਥੋੜ੍ਹਾ ਜਿਹੜਾ ਵਿਚਾਰ ਹੈ ਥੋੜ੍ਹਾ ਲੰਬੇਰਾ ਹੋ ਜਾਏਗਾ, ਥੋੜ੍ਹਾ ਲੰਬਾ ਹੋ ਜਾਏਗਾ, ਪਰ ਇਸ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਨੇ ਆ। ਸੰਗਤ ਜੀ, ਇਸ ਬਾਣੀ ਦੀ ਗਾਇਨ ਸ਼ੈਲੀ ਦੇ ਪਿੱਛੇ ਇੱਕ ਮਹਾਨ ਰਾਜਾ ਟੁੰਡੇ ਅਸਰਾਜੇ ਦੀ ਕਹਾਣੀ ਹੈ। ਕਹਿੰਦੇ ਨੇ ਸਾਰੰਗ ਨਾਮ ਦਾ ਇੱਕ ਰਾਜਾ ਸੀ, ਜਿਸ ਦੇ ਪੁੱਤਰ ਦਾ ਨਾਮ ਅਸਰਾਜ ਸੀ। ਅਸਰਾਜ ਦੀ ਮਾਤਾ ਦੀ ਮੌਤ ਤੋਂ ਬਾਅਦ ਰਾਜਾ ਸਾਰੰਗ ਨੇ ਦੂਜਾ ਵਿਆਹ ਕਰ ਲਿਆ। ਅਸਰਾਜ ਦੀ ਸੌਤੇਲੀ ਜਿਹੜੀ ਮਾਂ ਸੀ, ਉਹ ਅਸਰਾਜ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੀ ਅਤੇ ਉਹ ਚਾਹੁੰਦੀ ਸੀ ਕਿ ਫਿਊਚਰ ਦੇ ਵਿੱਚ ਇਸ ਰਾਜ ਗੱਦੀ ਦੇ ਮਾਲਿਕ ਉਹਦੇ ਆਪਣੇ ਪੁੱਤਰ ਹੋਣ। ਇਸ ਲਈ ਉਸਨੇ ਸਵਾਰਥ ਵਿੱਚ ਆ ਕੇ ਆਪਣੇ ਮੰਤਰੀਆਂ ਨੂੰ ਕਹਿ ਕੇ ਉਸ ਦਾ ਹੱਥ ਕਟਵਾ ਦਿੱਤਾ ਅਤੇ ਉਸ ਨੂੰ ਰਾਜ ਮਹਿਲ ਤੋਂ ਦੂਰ ਇੱਕ ਖੂਹ ਵਿੱਚ ਸੁੱਟ ਦਿੱਤਾ। ਉਹ ਬੱਚਾ ਕਾਫੀ ਦੇਰ ਖੂਹ ਵਿੱਚ ਤੜਪਦਾ ਰਿਹਾ। ਤਦ ਹੀ ਉਸ ਖੂਹ ਦੇ ਕੋਲੋਂ ਕੁਝ ਵਪਾਰੀ ਜਾ ਰਹੇ ਸੀ। ਉਹਨਾਂ ਦੀ ਨਜ਼ਰ ਉਸ ਦੇ ਉੱਤੇ ਪਈ ਅਤੇ ਉਹਨਾਂ ਨੇ ਉਸ ਨੂੰ ਖੂਹ ਵਿੱਚੋਂ ਬਾਹਰ ਕੱਢ ਕੇ ਉਸ ਦਾ ਇਲਾਜ ਕਰਾਇਆ ਅਤੇ ਕੁਝ ਦਿਨ ਬਾਅਦ ਅਸਰਾਜ ਠੀਕ ਹੋ ਗਿਆ। ਅਤੇ ਉਹਨਾਂ ਨੇ ਇਹ ਬੱਚਾ ਜਿਹੜਾ ਸੀ ਉਹ ਇੱਕ ਧੋਬੀ ਨੂੰ ਦੇ ਦਿੱਤਾ, ਜਿਸ ਦੀ ਕੋਈ ਸੰਤਾਨ ਨਹੀਂ ਸੀ। ਸੰਗਤ ਜੀ, ਸਮਾਂ ਬੀਤਦਾ ਗਿਆ, ਅਸਰਾਜ ਵੱਡਾ ਹੋ ਗਿਆ। ਕੁਝ ਦੇਰ ਬਾਅਦ ਜਿੱਥੇ ਅਸਰਾਜ ਆਪਣੇ ਪਿਤਾ ਦੇ ਨਾਲ ਰਹਿੰਦਾ ਸੀ, ਉੱਥੇ ਦੇ ਰਾਜੇ ਦੀ ਵੀ ਮੌਤ ਹੋ ਗਈ। ਰਾਜੇ ਦੀ ਆਪਣੀ ਕੋਈ ਸੰਤਾਨ ਨਹੀਂ ਸੀ। ਇਸ ਲਈ ਰਾਜ ਦੇ ਸਾਰੇ ਮੰਤਰੀਆਂ ਨੇ ਮਿਲ ਕੇ ਐਲਾਨ ਕੀਤਾ ਕਿ ਜੋ ਵੀ ਆਦਮੀ ਅਗਲੀ ਸਵੇਰੇ ਬਿਨਾਂ ਚਾਬੀ ਲਗਾਏ ਰਾਜ ਦਰਬਾਰ ਦਾ ਮੁੱਖ ਦਰਵਾਜ਼ਾ ਖੋਲ੍ਹ ਦੇਗਾ, ਉਸ ਨੂੰ ਰਾਜ ਗੱਦੀ ਦੇ ਦਿੱਤੀ ਜਾਵੇਗੀ। ਸੰਗਤ ਜੀ, ਜਦੋਂ ਅਗਲੀ ਸਵੇਰ ਹੋਈ ਤਾਂ ਰੋਜ਼ ਦੀ ਤਰ੍ਹਾਂ ਅਸਰਾਜ ਆਪਣੇ ਬੈਲ ਉੱਤੇ ਉਹ ਜਿਹੜੇ ਕੱਪੜੇ ਧੋਣ ਜਾਂਦਾ ਸੀ, ਕੱਪੜੇ ਲੈ ਕੇ ਜਾਂਦਾ ਸੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਉਹ ਜਾ ਰਿਹਾ ਸੀ। ਜਿਵੇਂ ਹੀ ਉਸਨੇ ਰਾਜ ਦਰਬਾਰ ਦੇ ਮੁੱਖ ਦਰਵਾਜ਼ੇ 'ਤੇ ਹੱਥ ਲਗਾਇਆ, ਐਸੀ ਕਿਰਪਾ ਹੋਈ ਕਿ ਉਹ ਦਰਵਾਜ਼ਾ ਆਪਣੇ ਆਪ ਹੀ ਖੁੱਲ੍ਹ ਗਿਆ। ਇਸ ਤਰ੍ਹਾਂ ਸ਼ਹਿਰ ਦੇ ਜਿਹੜੇ ਲੋਕ ਸੀ, ਉਹਨਾਂ ਨੂੰ ਉਹਨਾਂ ਦਾ ਇੱਕ ਨਵਾਂ ਰਾਜਾ ਮਿਲ ਗਿਆ। ਸੰਗਤ ਜੀ, ਕਹਿੰਦੇ ਨੇ ਜਿਸ ਅਸਰਾਜ ਨੂੰ ਸਾਰੇ ਟੁੰਡਾ ਕਹਿੰਦੇ ਸੀ, ਉਹ ਇੱਕ ਬਹੁਤ ਵੱਡਾ, ਬੜਾ ਬਹਾਦਰ ਅਤੇ ਦਿਆਲੂ ਰਾਜਾ ਹੋਇਆ। ਹੁਣ ਉਧਰ ਰਾਜਾ ਸਾਰੰਗ ਦੇ ਰਾਜ ਵਿੱਚ ਅਕਾਲ ਪੈ ਗਿਆ। ਲੋਕ ਦਾਣੇ ਦਾਣੇ ਨੂੰ ਤਰਸਣ ਲੱਗ ਗਏ ਅਤੇ ਰਾਜਾ ਅਸਰਾਜ ਨੇ ਮੁਫਤ ਵਿੱਚ ਬੜੀ ਵੱਡੀ ਤਾਦਾਦ ਵਿੱਚ ਅਨਾਜ ਅਤੇ ਪਾਣੀ ਉਹਨਾਂ ਨੂੰ ਭੇਜਿਆ। ਅਤੇ ਜਦੋਂ ਰਾਜਾ ਨੂੰ ਇਹ ਪਤਾ ਲੱਗਾ ਕਿ ਅਸਰਾਜ ਤਾਂ ਉਸਦਾ ਹੀ ਪੁੱਤਰ ਹੈ, ਤਦ ਉਸਨੇ ਆਪਣੇ ਪੁੱਤਰ ਨੂੰ ਬੜੇ ਸਨਮਾਨ ਨਾਲ ਬੁਲਾਇਆ ਅਤੇ ਪੂਰਾ ਰਾਜ ਸੌਂਪ ਦਿੱਤਾ। ਸੌਤੇਲੀ ਮਾਂ ਨੂੰ ਇਹ ਜਿਹੜੀ ਗੱਲ ਸੀ ਉਹ ਚੰਗੀ ਨਹੀਂ ਲੱਗੀ। ਉਸਦੇ ਦੋਨੇ ਪੁੱਤਰਾਂ ਨੇ, ਉਸਦੇ ਆਪਣੇ ਜਿਹੜੇ ਦੋਨੋਂ ਪੁੱਤਰ ਸੀ, ਉਹਨਾਂ ਨੇ ਮਿਲ ਕੇ ਅਸਰਾਜ ਦੇ ਨਾਲ ਯੁੱਧ ਕੀਤਾ, ਲੜਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਉਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਅਤੇ ਅਸਰਾਜ ਦੀ ਜਿੱਤ। ਸੰਗਤ ਜੀ, ਕਹਿੰਦੇ ਨੇ ਉਹਨਾਂ ਦਿਨਾਂ ਵਿੱਚ ਕੀਰਤਨੀਆਂ ਨੇ, ਜੋ ਉੱਥੇ ਕੀਰਤਨ ਕਰਦੇ ਸੀ, ਜੱਥੇ ਜਿਹੜੇ ਸੀ, ਉਹਨਾਂ ਨੇ ਟੁੰਡੇ ਰਾਜਾ ਜੋ ਅਸਰਾਜ ਸੀ, ਉਸ ਦੀ ਕਥਾ ਦੀ ਬਹੁਤ ਸੋਹਣੀ ਇੱਕ ਧੁਨੀ ਬਣਾਈ।
ਅਤੇ ਜਿੱਥੇ ਜਿੱਥੇ ਉਹ ਜਾਂਦੇ ਉਸ ਧੁਨੀ ਵਿੱਚ ਉਹ ਰਾਜਾ ਦੀ ਕੀਰਤੀ ਨੂੰ ਗਾ ਕੇ ਸੁਣਾਉਂਦੇ ਤੇ ਇਸ ਦਾ ਗਾਇਨ ਕਰਦੇ। ਸੰਗਤ ਜੀ, ਜਦੋਂ ਗੁਰੂ ਅਰਜਨ ਦੇਵ ਜੀ ਨੇ ਕੀਰਤਨੀਆਂ ਪਾਸੋਂ ਆਪਣੇ ਦਰਬਾਰ ਵਿੱਚ ਇਹ ਧੁਨੀ ਸੁਣੀ ਤਾਂ ਉਹ ਇਹ ਧੁਨੀ ਉਹਨਾਂ ਨੂੰ ਬਹੁਤ ਪਸੰਦ ਆਈ ਤੇ ਉਹਨਾਂ ਨੂੰ ਸਭ ਨੂੰ ਇਸ ਪਵਿੱਤਰ ਧੁਨੀ ਇਸ ਧੁਨੀ ਦੇ ਅੰਦਰ ਜਿਹੜੀ ਹੈ ਉਹ ਪਵਿੱਤਰ ਆਸਾ ਦੀ ਵਾਰ ਦੀ ਬਾਣੀ ਨੂੰ ਗਾਇਣ ਦੀ ਸਲਾਹ ਦਿੱਤੀ। ਸੰਗਤ ਜੀ, ਇਹ ਸੀ ਆਸਾ ਜੀ ਦੀ ਵਾਰ ਬਾਰੇ ਕੁਝ ਛੋਟੀ ਜੀ ਜਾਣਕਾਰੀ ਤਾਂ ਬਹੁਤ ਹੈ, ਪਰ ਫਿਰ ਕਦੀ ਵਿਚਾਰ ਸਾਂਝੇ ਕਰਾਂਗੇ। ਹੋਈਆਂ ਭੁੱਲਾਂ ਨੂੰ ਨਾ ਚਿਤਾਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।